स्टूडेंट्स I'm Sukhwinder Kaur from Department of Economics GGDST College हरियाणा ਹੁਸ਼ਿਆਰਪੁਰ। ਅੱਜ ਅਸੀਂ ਕਰਨਾ ਪਰਫੈਕਟ ਕੰਪੀਟੀਸ਼ਨ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਪ੍ਰਾਈਸ ਕਿਸ ਤਰ੍ਹਾਂ ਡਿਟਰਮਿਨ ਹੁੰਦੀ ਹੈ, ਉਹਦੇ ਵਿੱਚ ਫਰਮ ਦਾ ਇਕੁਇਲੀਬਰੀਅਮ ਕਿਸ ਤਰ੍ਹਾਂ ਡਿਟਰਮਿਨ ਹੁੰਦਾ, ਇਹ ਟੌਪਿਕ ਅਸੀਂ ਕਰਨਾ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪਰਫੈਕਟ ਕੰਪੀਟੀਸ਼ਨ ਹੈ ਕੀ। ਐਕਚੁਅਲੀ ਪਰਫੈਕਟ ਕੰਪੀਟੀਸ਼ਨ ਕੀ ਹੈ, ਅਤੇ ਮੈਂ ਥੋੜ੍ਹਾ ਘੱਟ ਟਾਈਮ ਲਗਾਉਣਾ ਇੱਥੇ, ਕਿਉਂਕਿ ਜਦੋਂ ਫਾਰਮਸ ਆਫ ਮਾਰਕੀਟ ਚੈਪਟਰ ਆਪਾਂ ਕੀਤਾ ਉੱਥੇ ਅਸੀਂ ਪਰਫੈਕਟ ਕੰਪੀਟੀਸ਼ਨ ਨੂੰ ਉਹਦੇ ਫੀਚਰਸ ਨੂੰ ਡਿਟੇਲ ਦੇ ਵਿੱਚ ਕਰ ਲਿਆ ਸੀ। ਇਸ ਲਈ ਤੁਸੀਂ ਇੱਕ ਵਾਰ ਉਹ ਵਾਲਾ ਜਿਹੜਾ ਵੀਡੀਓ ਹੈ ਫਾਰਮਸ ਆਫ ਮਾਰਕੀਟ ਦੁਬਾਰਾ ਸੁਣ ਸਕਦੇ ਹੋ, ਅਤੇ ਉਹਦੇ ਵਿੱਚ ਤੁਹਾਨੂੰ ਪਰਫੈਕਟ ਕੰਪੀਟੀਸ਼ਨ ਦਾ ਮੀਨਿੰਗ ਅਤੇ ਉਹਦੇ ਫੀਚਰਸ ਆ ਜਿਹੜੇ ਉਹ ਕਲੀਅਰ ਹੋ ਜਾਣਗੇ। ਅਤੇ ਪਰਫੈਕਟ ਕੰਪੀਟੀਸ਼ਨ ਜਿਸ ਤਰ੍ਹਾਂ ਆਪਾਂ ਇੱਕ ਵਾਰ ਤੁਸੀਂ ਉਹਨੂੰ ਡਿਟੇਲ 'ਚ ਸੁਣ ਲਈਓ, ਪਰ ਮੈਂ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ ਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਉਹ ਕੰਪੀਟੀਸ਼ਨ ਹੁੰਦਾ ਜਿਹਦੇ ਵਿੱਚ ਇੱਕ ਹੋਮੋਜੀਨੀਅਸ ਪ੍ਰੋਡਕਟ ਵੇਚਿਆ ਜਾਂਦਾ, ਇੱਕੋ ਤਰ੍ਹਾਂ ਦਾ ਪ੍ਰੋਡਕਟ ਵੇਚਿਆ ਜਾਂਦਾ, ਬਹੁਤ ਸਾਰੇ ਖਰੀਦਣ ਵਾਲੇ ਅਤੇ ਵੇਚਣ ਵਾਲੇ ਹੁੰਦੇ ਆ, ਔਰ ਇੱਕ ਪ੍ਰਾਈਜ਼ ਹੁੰਦਾ, ਫਿਕਸ ਪ੍ਰਾਈਜ਼ ਹੁੰਦਾ, ਅਤੇ ਸਾਰੇ ਉਸੇ ਪ੍ਰਾਈਜ਼ ਦੇ ਉੱਤੇ ਆਪਣਾ ਪ੍ਰੋਡਕਟ ਆ ਜਿਹੜਾ ਉਹ ਵੇਚਦੇ ਹੁੰਦੇ ਆ। ਔਰ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਿਹੜੇ ਕੰਪੀਟੀਸ਼ਨ ਆ, ਡਾਇਰੈਕਟ ਕੰਪੀਟੀਸ਼ਨ ਆ, ਉਹਦੀ ਕਮੀ ਪਾਈ ਜਾਂਦੀ ਹੈ। ਕਿਸੇ ਪ੍ਰਕਾਰ ਦੀ ਕੋਈ ਸੈਲਿੰਗ ਕਾਸਟ ਨਹੀਂ ਹੁੰਦੀ। ਔਰ ਇਹਦੇ ਵਿੱਚ ਜਿਹੜੀਆਂ ਪਰਫੈਕਟ ਕੰਪੀਟੀਸ਼ਨ ਦੀਆਂ ਹੁਣ ਫੀਚਰਸ ਆ, ਉਹਦੇ ਵਿੱਚ ਜਿਹੜਾ ਪਹਿਲਾ ਫੀਚਰਸ ਜਿਸ ਤਰ੍ਹਾਂ ਉਹੀ ਸੀ ਕਿ ਬਹੁਤ ਸਾਰੇ ਖਰੀਦਣ ਵਾਲੇ ਅਤੇ ਬਹੁਤ ਸਾਰੇ ਵੇਚਣ ਵਾਲੇ ਹੁੰਦੇ ਆ। ਔਰ ਦੂਸਰਾ ਸੀਗਾ ਕਿ ਇੱਕ ਹੀ ਤਰ੍ਹਾਂ ਦਾ ਪ੍ਰੋਡਕਟ ਵੇਚਦੇ ਆ, ਕਿਉਂਕਿ ਇੱਕ ਹੀ ਤਰ੍ਹਾਂ ਦਾ ਪ੍ਰੋਡਕਟ ਹੁੰਦਾ, ਇਸ ਲਈ ਖਰੀਦਣ ਵਾਲੇ ਨੂੰ ਅਤੇ ਵੇਚਣ ਵਾਲੇ ਨੂੰ ਉਹਦੀ ਪਰਫੈਕਟ ਨੌਲੇਜ ਹੁੰਦੀ ਮਾਰਕੀਟ ਦੀ। ਮਾਰਕੀਟ ਫਰਮ ਕਦੀ ਵੀ ਕੋਈ ਇੰਡਸਟਰੀ ਦੇ ਵਿੱਚ ਐਂਟਰ ਕਰ ਸਕਦੀ ਹੈ, ਛੱਡ ਕੇ ਜਾ ਸਕਦੀ ਹੈ। ਉਸ ਤੋਂ ਬਾਅਦ ਪਰਫੈਕਟ ਮੋਬਿਲਿਟੀ ਹੁੰਦੀ ਫੈਕਟਰਸ ਆਫ ਪ੍ਰੋਡਕਸ਼ਨ ਦੀ। ਟਰਾਂਸਪੋਰਟੇਸ਼ਨ ਕਾਸਟ ਨਹੀਂ ਹੁੰਦੀ, ਕਿਉਂਕਿ ਇੱਕ ਹੀ ਤਰ੍ਹਾਂ ਦਾ ਪ੍ਰੋਡਕਟ ਪ੍ਰੋਡਿਊਸ ਹੁੰਦਾ। ਸੈਲਿੰਗ ਕਾਸਟ ਨਹੀਂ ਹੁੰਦੀ, ਕਿਉਂਕਿ ਇੱਕ ਹੀ ਤਰ੍ਹਾਂ ਦਾ ਪ੍ਰੋਡਕਟ ਹੁੰਦਾ। ਪ੍ਰੋਡਕਟ ਦਾ ਪ੍ਰਾਈਜ਼ ਹੈ ਜਿਹੜਾ ਉਹ ਸੇਮ ਹੁੰਦਾ ਹੈ, ਅਤੇ ਜਿਹੜਾ ਸੈਲਰ ਆ ਉਹ ਜਸਟ ਪ੍ਰਾਈਜ਼ ਟੇਕਰ ਹੁੰਦਾ। ਪ੍ਰਾਈਜ਼ ਜਿਹੜਾ ਹੈ ਉਹ ਇੰਡਸਟਰੀ ਡਿਸਾਈਡ ਕਰਦੀ ਹੁੰਦੀ ਹੈ। ਔਰ ਅੱਗੇ ਜਿਹੜਾ ਹੈਗਾ ਮੀਨਿੰਗ ਕੀ ਆ ਫਰਮ ਦੇ ਇਕੁਇਲੀਬਰੀਅਮ ਦਾ ਅਤੇ ਪਰਫੈਕਟ ਪ੍ਰੋਫਿਟ ਮੈਕਸੀਮਮ ਪ੍ਰੋਫਿਟ ਦਾ ਹੁੰਦਾ ਕੀ ਹੈ ਅਸਲ 'ਚ, ਕਿਉਂਕਿ ਆਪਾਂ ਪ੍ਰਾਈਸ ਡਿਟਰਮੀਨੇਸ਼ਨ ਜਦੋਂ ਕਰਨੀ ਹੈ, ਜਦੋਂ ਅਸੀਂ ਇਕੁਇਲੀਬਰੀਅਮ ਕਰਨਾ ਫਰਮ ਅਤੇ ਇੰਡਸਟਰੀ ਦਾ, ਤਾਂ ਉਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਫਰਮ ਇਕੁਇਲੀਬਰੀਅਮ ਹੁੰਦਾ ਕੀ ਹੈ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਤਾਂ ਇਹ ਹੈ ਕਿ ਫਰਮ ਕੀ ਹੁੰਦੀ ਹੈ। ਫਰਮ ਕੀ ਹੁੰਦੀ ਹੈ, ਵਾਟ ਇਜ਼ ਅ ਫਰਮ। ਫਰਮ ਇੱਕ ਹੀ ਪ੍ਰਕਾਰ ਦੇ ਪ੍ਰੋਡਕਟ ਬਣਾਉਣ ਵਾਲੀ, ਮਤਲਬ ਹੋਮੋਜੀਨੀਅਸ ਪ੍ਰੋਡਕਟ ਜਿਹੜਾ ਪ੍ਰੋਡਿਊਸ ਕਰਨ ਵਾਲੀ ਹੈ। ਜਿਹੜੀ ਇੱਕ ਫਰਮ ਕਿਸੇ ਪ੍ਰੋਡਕਟ ਨੂੰ ਪ੍ਰੋਡਿਊਸ ਕਰਨ ਵਾਲੀ ਕੋਈ ਜਿਹੜੀ ਇੱਕ ਫਰਮ ਕਿਸੇ ਪ੍ਰੋਡਕਟ ਨੂੰ ਜਿਹੜੀ ਪ੍ਰੋਡਿਊਸ ਕਰਦੀ ਆ, ਔਰ ਇੱਕ ਹੀ ਤਰ੍ਹਾਂ ਦੇ ਪ੍ਰੋਡਕਟ ਪ੍ਰੋਡਿਊਸ ਕਰਨ ਵਾਲੀਆਂ ਬਹੁਤ ਸਾਰੀਆਂ ਫਰਮਸ ਨੂੰ ਤੁਸੀਂ ਇੰਡਸਟਰੀ ਕਹਿੰਦੇ ਹੋ। ਇੱਕ ਫਰਮ ਕੀ ਹੁੰਦੀ ਹੈ, ਜਿੱਥੇ ਕੋਈ ਪ੍ਰੋਡਕਟ ਪ੍ਰੋਡਿਊਸ ਕੀਤਾ ਜਾਂਦਾ, ਔਰ ਇੱਕ ਹੀ ਤਰ੍ਹਾਂ ਦੇ ਪ੍ਰੋਡਕਟ ਮੀਨਸ ਹੋਮੋਜੀਨੀਅਸ ਪ੍ਰੋਡਕਟ ਪ੍ਰੋਡਿਊਸ ਕਰਨ ਵਾਲੀਆਂ ਬਹੁਤ ਸਾਰੀਆਂ ਫਰਮਸ ਦੇ ਗਰੁੱਪ ਨੂੰ ਤੁਸੀਂ ਇੰਡਸਟਰੀ ਕਹਿੰਦੇ ਹੋ। ਔਰ ਫਰਮ ਦਾ ਅਤੇ ਇੰਡਸਟਰੀ ਦਾ ਜਿਹੜਾ ਇਕੁਇਲੀਬਰੀਅਮ ਆ ਉਹ ਕੀ ਹੁੰਦਾ, ਇਹ ਕਿੱਥੇ ਇਕੁਇਲੀਬਰੀਅਮ ਦੇ ਵਿੱਚ ਹੋਣਗੀਆਂ। ਇੱਕ ਫਰਮ ਜਾਂ ਇੱਕ ਇੰਡਸਟਰੀ ਕਿੱਥੇ ਇਕੁਇਲੀਬਰੀਅਮ 'ਚ ਹੁੰਦੀਆਂ, ਜਿੱਥੇ ਫਰਮ ਇਕੁਇਲੀਬਰੀਅਮ 'ਚ ਕਿੱਥੇ ਹੋਏਗੀ, ਜਿੱਥੇ ਉਹਦਾ ਪ੍ਰੋਡਕਸ਼ਨ ਆ ਜਿਹੜਾ ਉਹ ਮੈਕਸੀਮਮ ਹੋ ਜਾਏ, ਜਿੱਥੇ ਉਹਦੀ ਪ੍ਰੋਡਕਸ਼ਨ ਮੈਕਸੀਮਮ ਹੋ ਜਾਏ, ਆਊਟਪੁੱਟ ਮੈਕਸੀਮਮ ਹੋ ਜਾਏ। ਜਿਸ ਲੈਵਲ ਦੇ ਵਿੱਚ, ਜਿਸ ਪੁਆਇੰਟ ਦੇ ਉੱਤੇ ਨਾ ਤਾਂ ਪ੍ਰੋਡਕਸ਼ਨ ਨੂੰ ਵਧਾਉਣ ਦੀ ਕੋਸ਼ਿਸ਼ ਕਰੇ ਫਰਮ, ਨਾ ਘਟਾਉਣ ਦੀ, ਜਿੱਥੇ ਉਹਦੇ ਵਿੱਚ ਸਟੇਬਿਲਿਟੀ ਆ ਜਾਏ, ਉਸ ਨੂੰ ਤੁਸੀਂ ਇਕੁਇਲੀਬਰੀਅਮ ਕਹੋਗੇ। ਔਰ ਇਹ ਜਿਹੜੀ ਕੰਡੀਸ਼ਨ ਆ ਇਹ ਕਦੋਂ ਹੋ ਸਕਦੀ ਹੈ, ਜਦੋਂ ਫਰਮ ਦੀ ਰੈਵਨਿਊ ਮੈਕਸੀਮਮ ਹੋਵੇ ਅਤੇ ਉਹਦੀ ਜਿਹੜੀ ਕਾਸਟ ਆ ਉਹ ਮਿਨੀਮਮ ਹੋਵੇ, ਜਾਂ ਦੂਸਰੀ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਰੈਵਨਿਊ ਦੇ ਵਿੱਚੋਂ ਕਾਸਟ ਕੱਢ ਦਈਏ ਅਤੇ ਪ੍ਰੋਫਿਟ ਬਣਦਾ। ਜਿੱਥੇ ਫਰਮ ਦਾ ਪ੍ਰੋਫਿਟ ਮੈਕਸੀਮਮ ਹੋਏਗਾ ਉਹ ਫਰਮ ਦਾ ਇਕੁਇਲੀਬਰੀਅਮ ਦਾ ਪੁਆਇੰਟ ਹੋਏਗਾ। ਇੱਕ ਫਰਮ ਉਸ ਟਾਈਮ 'ਤੇ ਇਕੁਇਲੀਬਰੀਅਮ 'ਚ ਹੋਏਗੀ ਜਦੋਂ ਉਹ ਨਾ ਤਾਂ ਪ੍ਰੋਡਕਸ਼ਨ 'ਚ ਵਾਧਾ ਕਰਨਾ ਚਾਹਵੇ, ਨਾ ਕਮੀ ਕਰਨਾ ਚਾਹਵੇ। ਨਾ ਤਾਂ ਉਹਦੇ ਲਈ ਵਾਧਾ ਕਰਨਾ ਪ੍ਰੋਫਿਟੇਬਲ ਹੋਵੇ, ਨਾ ਕਮੀ ਕਰਨਾ ਪ੍ਰੋਫਿਟੇਬਲ ਹੋਵੇ। ਔਰ ਕੰਡੀਸ਼ਨਸ ਜਿਹੜੀਆਂ ਅੱਗੇ ਆ ਫਰਮ ਦੇ ਇਕੁਇਲੀਬਰੀਅਮ ਲਈ, ਉਹਦੇ ਵਿੱਚ ਦੋ ਤਰ੍ਹਾਂ ਦੀਆਂ ਕੰਡੀਸ਼ਨਸ ਹੁੰਦੀਆਂ, ਦੋ ਤਰ੍ਹਾਂ ਦੇ ਐਕਚੁਅਲੀ ਕੰਸੈਪਟਸ ਹੈਗੇ ਆ। ਪਹਿਲੀ ਮਾਰਜਨਲ ਰੈਵਨਿਊ ਅਤੇ ਟੋਟਲ ਰੈਵਨਿਊ ਅਤੇ ਟੋਟਲ ਕਾਸਟ ਅਪਰੋਚ ਆ, ਦੋ ਅਪਰੋਚਿਸ ਆ। ਐਂਡ ਦੂਸਰੀ ਹੈਗੀ ਮਾਰਜਨਲ ਰੈਵਨਿਊ ਅਤੇ ਮਾਰਜਨਲ ਕਾਸਟ ਅਪਰੋਚ। ਇੱਕ ਫਰਮ ਆ ਜਿਹੜੀ ਇਕੁਇਲੀਬਰੀਅਮ 'ਚ ਕਦੋਂ ਹੋਏਗੀ, ਦੋ ਅਪਰੋਚਿਸ ਆ, ਇੱਕ ਟੋਟਲ ਦਾ ਕੰਸੈਪਟ ਆ, ਇੱਕ ਮਾਰਜਨਲ ਦਾ ਕੰਸੈਪਟ ਆ। ਟੋਟਲ ਰੈਵਨਿਊ ਅਤੇ ਟੋਟਲ ਕਾਸਟ ਦਾ ਅਪਰੋਚ ਆ ਇੱਕ ਮਾਰਜਨਲ ਰੈਵਨਿਊ ਅਤੇ ਮਾਰਜਨਲ ਕਾਸਟ ਦੀ ਅਪਰੋਚ ਆ। ਮੀਨਸ ਤੁਸੀਂ ਜਿਹੜਾ ਫਰਮ ਦਾ ਇਕੁਇਲੀਬਰੀਅਮ ਆ ਉਹ ਜਾਂ ਤਾਂ ਟੋਟਲ ਦੇ ਕੰਸੈਪਟਸ ਆ ਜਿਹੜੇ ਰੈਵਨਿਊ ਅਤੇ ਕਾਸਟ ਦੇ, ਉਹਨਾਂ ਦੇ ਨਾਲ ਕੈਲਕੂਲੇਟ ਕਰਦੇ ਹੋ, ਜਾਂ ਫਿਰ ਮਾਰਜਨਲ ਦੇ ਕੰਸੈਪਟ ਦੇ ਨਾਲ ਕੈਲਕੂਲੇਟ ਕਰਦੇ ਹੋ। ਸਭ ਤੋਂ ਪਹਿਲਾਂ ਟੋਟਲ ਦੇ ਨਾਲ ਦੇਖਦੇ ਹਾਂ। ਟੋਟਲ ਰੈਵਨਿਊ ਜਿਸ ਤਰ੍ਹਾਂ ਆਪਾਂ ਕਰ ਚੁੱਕੇ ਹਾਂ ਰੈਵਨਿਊ ਦੇ ਚੈਪਟਰ, ਕਿ ਇੱਕ ਫਰਮ ਨੂੰ ਆਪਣੇ ਪ੍ਰੋਡਕਟਸ ਵੇਚ ਕੇ ਸਾਰੀ ਜਿੰਨੀ ਆਮਦਨ ਪ੍ਰਾਪਤ ਹੁੰਦੀ ਉਹ ਟੋਟਲ ਰੈਵਨਿਊ ਹੁੰਦੀ ਆ। ਆਪਣੇ ਪ੍ਰੋਡਕਟ ਨੂੰ, ਸਾਰੇ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਨ 'ਤੇ ਜਿੰਨੀ ਉਹਦੀ ਕਾਸਟ ਆਉਂਦੀ ਵੀ, ਸਾਰਿਆਂ ਦਾ ਜੋੜ ਜਿਹੜਾ ਉਹ ਟੋਟਲ ਕਾਸਟ ਹੁੰਦੀ ਆ। ਟੋਟਲ ਰੈਵਨਿਊ ਦੇ ਵਿੱਚੋਂ ਟੋਟਲ ਕਾਸਟ ਕੱਢ ਦਈਏ ਅਤੇ ਉਹ ਤੁਹਾਡਾ ਪ੍ਰੋਫਿਟ ਹੁੰਦਾ। ਅਤੇ ਟੋਟਲ ਰੈਵਨਿਊ ਅਤੇ ਟੋਟਲ ਕਾਸਟ ਅਪਰੋਚ ਦੇ ਵਿੱਚ ਇਹ ਆ ਕਿ ਜਿੱਥੇ ਰੈਵਨਿਊ ਮੈਕਸੀਮਮ
ਤੇ ਕਾਸਟ ਮਿਨੀਮਮ ਹੋਏਗੀ, ਉੱਥੇ ਪ੍ਰੋਫਿਟ ਮੈਕਸਿਮਮ ਹੋਏਗਾ। ਮੀਨਸ ਪ੍ਰੋਫਿਟ ਸਭ ਤੋਂ ਜ਼ਿਆਦਾ ਕਿੱਥੇ ਹੋਏਗਾ? ਜਿੱਥੇ ਆਮਦਨ ਜ਼ਿਆਦਾ ਤੋਂ ਜ਼ਿਆਦਾ ਹੋਏਗੀ ਤੇ ਕਾਸਟ ਘੱਟ ਤੋਂ ਘੱਟ ਹੋਏਗੀ। ਤੇ ਉਸ ਵੇਲੇ ਤੁਹਾਡੀ ਜਿਹੜੀ ਪ੍ਰੋਡਕਸ਼ਨ ਆ ਉਹ ਵੀ ਮੈਕਸਿਮਮ ਹੋਏਗੀ ਤੇ ਉਹ ਤੁਹਾਡਾ ਜਿਹੜਾ ਇਕੁਇਲੀਬਰੀਅਮ ਦਾ ਪੁਆਇੰਟ ਹੋਏਗਾ। ਇਹਨੂੰ ਇੱਕ ਟੇਬਲ ਡਾਇਗਰਾਮ ਦੇ ਥਰੂ ਸਮਝਾਇਆ ਮੈਂ, ਥੋੜ੍ਹਾ ਜਿਹਾ ਦੱਸਣਾ ਚਾਹੁੰਦੀ। ਦੇਖੋ OX ਤੇ ਆਊਟਪੁੱਟ ਆ, OY ਤੇ ਦੇਖੋ ਕਾਸਟ, ਰੈਵਨਿਊ ਤੇ ਪ੍ਰੋਫਿਟ ਲਏ ਆ। TR ਟੋਟਲ ਰੈਵਨਿਊ ਆਪਾਂ ਲਈ ਸੀ ਕਿ ਟੋਟਲ ਰੈਵਨਿਊ ਲਗਾਤਾਰ ਫਿਰ ਇਸ ਤਰ੍ਹਾਂ ਵੱਧਦੀ ਆ, 45 ਡਿਗਰੀ ਤੇ ਹੁੰਦੀ ਆ। ਟੋਟਲ ਕਾਸਟ ਵੀ ਆਪਾਂ ਕਰ ਚੁੱਕੇ ਹਾਂ ਕਿ ਪਹਿਲਾਂ ਘਟਦੀ ਹੈ, ਘਟਦੇ ਰਹੇ ਤੇ ਵੱਧਦੀ ਆ, ਪਹਿਲਾਂ ਘਟਦੀ ਹੈ ਫਿਰ ਦੁਬਾਰਾ ਵਧਣੀ ਸ਼ੁਰੂ ਹੋ ਜਾਂਦੀ, ਇਸ ਲਈ ਇਹ ਸ਼ੇਪ ਸੀਗੀ। ਹੁਣ ਦੇਖੋ ਆਹ ਤੁਹਾਡੀ TR ਜਿਹੜੀ ਆਹ ਸ਼ੇਪ ਆ ਗਈ, T ਕਾਸਟ ਟੋਟਲ ਕਾਸਟ ਦੀ, TR ਤੁਹਾਡੀ ਸਿੱਧੀ ਲਾਈਨ ਆ ਗਈ। ਹੁਣ ਜਿੱਥੇ ਆਹ ਸਟ੍ਰੇਟ ਲਾਈਨ ਤੇ ਦੂਸਰੀ ਆ ਕਾਸਟ ਵਾਲੀ ਲਾਈਨ ਦਾ ਜਿਹੜਾ ਗੈਪ, ਜਿੱਥੇ ਆ ਮੈਕਸੀਮਮ ਹੈਗਾ ਆ R ਤੋਂ ਲੈ ਕੇ S ਤੱਕ, ਇੱਥੇ ਤੁਹਾਡੀ ਜਿਹੜੀ ਪ੍ਰੋਡਕਸ਼ਨ ਮੈਕਸਿਮਮ ਹੋਏਗੀ। ਉਸ ਤੋਂ ਪਹਿਲਾਂ ਵੀ ਪ੍ਰੋਡਕਸ਼ਨ ਘੱਟ ਆ, ਉਸ ਤੋਂ ਬਾਅਦ 'ਚ ਵੀ ਪ੍ਰੋਡਕਸ਼ਨ ਘੱਟ ਹੋਏਗੀ। ਤੇ ਜਿੱਥੇ TR ਤੇ TC ਦੋ ਪੁਆਇੰਟਸ 'ਤੇ ਇੰਟਰਸੈਕਟ ਕਰਦੇ ਆ, ਇੱਕ ਪੁਆਇੰਟ AB 'ਤੇ ਇੰਟਰਸੈਕਟ ਕਰਦੇ ਪਏ ਆ, ਇੱਕ ਪੁਆਇੰਟ A 'ਤੇ ਇੰਟਰਸੈਕਟ ਕਰਦੇ ਪਏ ਆ। ਜਿੱਥੇ ਟੋਟਲ ਕਾਸਟ ਤੇ ਟੋਟਲ ਰੈਵਨਿਊ ਇੰਟਰਸੈਕਟ ਕਰਦੇ ਆ, ਉੱਥੇ ਟੋਟਲ ਪ੍ਰੋਡਕਸ਼ਨ ਆ ਜਿਹੜੀ ਉਹ ਜ਼ੀਰੋ ਆ। ਅਤੇ ਜਿਹੜੀ ਟੋਟਲ ਪ੍ਰੋਡਕਸ਼ਨ ਆ, ਜਿਹੜੀ ਟੋਟਲ ਆਊਟਪੁੱਟ ਆ ਸਾਡੀ, ਉਹ X ਐਕਸਿਸ ਨੂੰ ਟੱਚ ਕਰਦੀ ਆ। ਉਹਨਾਂ ਪੁਆਇੰਟਸ ਤੋਂ ਪਹਿਲਾਂ ਜਿਹੜੀ ਟੋਟਲ ਪ੍ਰੋਡਕਸ਼ਨ ਦੋਨਾਂ 'ਚ ਮਾਈਨਸ 'ਚ ਆ, ਨੈਗੇਟਿਵ 'ਚ ਆ, ਠੀਕ ਹੈ। ਔਰ ਜਿੱਥੇ A ਤੇ B ਜਿਹੜੇ ਇਹਨਾਂ ਨੂੰ ਅਸਲ 'ਚ ਬ੍ਰੇਕ ਈਵਨ ਪੁਆਇੰਟ ਕਹਿੰਦੇ ਆ, ਕਿਉਂਕਿ ਇਹਨਾਂ ਤੋਂ ਪਹਿਲਾਂ ਅਤੇ ਇਹਨਾਂ ਤੋਂ ਬਾਅਦ ਦੋਨਾਂ ਕੇਸਿਸ ਦੇ ਵਿੱਚ ਜਿਹੜੀ ਟੋਟਲ ਕਾਸਟ ਆ ਉਹ ਜ਼ਿਆਦਾ ਹੁੰਦੀ ਆ। ਦੇਖੋ ਇੱਥੇ ਵੀ ਟੋਟਲ ਕਾਸਟ ਉੱਪਰ ਆ ਅਤੇ ਇੱਥੇ ਵੀ ਟੋਟਲ ਕਾਸਟ ਉੱਪਰ ਆ। ਔਰ ਇਹਦੇ ਵਿੱਚ ਫਰਮ ਹਮੇਸ਼ਾ ਰਹਿਣਾ ਚਾਹੇਗੀ A ਤੇ B ਦੇ ਵਿੱਚ, ਪਰ ਫਿਰ ਵੀ ਜਿਹੜਾ ਉਹਦਾ ਇਕੁਇਲੀਬਰੀਅਮ ਪੁਆਇੰਟ ਆ ਉਹ ਕਿਹੜਾ ਹੋਏਗਾ? ਜਿੱਥੇ ਗੈਪ ਜ਼ਿਆਦਾ ਆ। ਦੇਖੋ ਆਹ ਲਾਈਨ ਆ, ਇੱਕ ਆਹ ਆ, ਇਹਦੇ ਵਿੱਚ ਗੈਪ ਇੱਥੇ ਜ਼ਿਆਦਾ ਆ। ਇਸ ਏਰੀਆ ਦੇ ਵਿੱਚ ਉਹਦਾ ਜਿਹੜਾ ਪ੍ਰੋਫਿਟ ਆ ਫਰਮ ਦਾ ਮੈਕਸੀਮਮ ਹੋਏਗਾ ਅਤੇ ਉਹਦੀ ਆਊਟਪੁੱਟ ਵੀ ਮੈਕਸੀਮਮ ਹੋਏਗੀ ਅਤੇ ਫਰਮ ਇਕੁਇਲੀਬਰੀਅਮ 'ਚ ਹੋਏਗੀ, ਠੀਕ ਹੈ। ਨੈਕਸਟ ਹੈਗੀ ਟੋਟਲ ਦਾ ਕੰਸੈਪਟ ਹੋ ਗਿਆ ਮਾਰਜਨਲ ਰੈਵਨਿਊ ਅਤੇ ਮਾਰਜਨਲ ਕਾਸਟ ਅਪਰੋਚ। ਮਾਰਜਨਲ ਰੈਵਨਿਊ ਅਤੇ ਮਾਰਜਨਲ ਕਾਸਟ ਅਪਰੋਚ ਆ। ਮਾਰਜਨਲ ਰੈਵਨਿਊ ਜਿਸ ਤਰ੍ਹਾਂ ਆਪਾਂ ਕਿਹਾ ਹੀ ਆ ਕਿ ਜਦੋਂ ਅਸੀਂ ਇੱਕ ਹੋਰ ਪ੍ਰੋਡਕਟ ਵੇਚਣ ਦੇ ਨਾਲ ਸਾਡੀ ਟੋਟਲ ਰੈਵਨਿਊ ਦੇ ਵਿੱਚ ਜਿਹੜੀ ਚੇਂਜ ਆਉਂਦੀ ਆ ਉਹ ਮਾਰਜਨਲ ਰੈਵਨਿਊ ਹੁੰਦੀ ਹੈ। ਇੱਕ ਪ੍ਰੋਡਕਟ ਹੋਰ ਪ੍ਰੋਡਿਊਸ ਕਰਨ ਨਾਲ ਟੋਟਲ ਕਾਸਟ 'ਚ ਜਿਹੜੀ ਚੇਂਜ ਆਉਂਦੀ ਆ ਉਹ ਮਾਰਜਨਲ ਕਾਸਟ ਹੁੰਦੀ ਆ। ਮਾਰਜਨਲ ਰੈਵਨਿਊ ਅਤੇ ਮਾਰਜਨਲ ਕਾਸਟ ਦੇ ਅਨੁਸਾਰ ਵੀ ਫਰਮ ਦਾ ਇਕੁਇਲੀਬਰੀਅਮ ਜਿਹੜਾ ਉਹ ਚੈੱਕ ਕੀਤਾ ਜਾਂਦਾ। ਉਹਦੀਆਂ ਦੋ ਕੰਡੀਸ਼ਨਸ ਆ। ਪਹਿਲੀ ਕੰਡੀਸ਼ਨ ਆ ਕਿ ਮਾਰਜਨਲ ਰੈਵਨਿਊ ਮਾਰਜਨਲ ਕਾਸਟ ਦੇ ਬਰਾਬਰ ਹੋਵੇ। ਦੂਸਰਾ ਮਾਰਜਨਲ ਕਾਸਟ ਮਾਰਜਨਲ ਰੈਵਨਿਊ ਨੂੰ ਹੇਠਾਂ ਤੋਂ ਕੱਟ ਕਰਕੇ ਜਾਂਦੀ ਹੋਵੇ। ਮਾਰਜਨਲ ਰੈਵਨਿਊ ਅਤੇ ਮਾਰਜਨਲ ਕਾਸਟ ਬਰਾਬਰ ਹੋਣ ਅਤੇ ਮਾਰਜਨਲ ਕਾਸਟ ਮਾਰਜਨਲ ਰੈਵਨਿਊ ਨੂੰ ਹੇਠਾਂ ਤੋਂ ਕੱਟ ਕੇ ਜਾਂਦੀ ਹੋਵੇ। ਦੇਖੋ ਹੁਣ ਸਭ ਤੋਂ ਪਹਿਲਾਂ ਤਾਂ ਪਰਫੈਕਟ ਕੰਪੀਟੀਸ਼ਨ ਆ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਆਪਾਂ ਰੈਵਨਿਊ ਕੰਸੈਪਟ ਦੇ ਵਿੱਚ ਕੀਤਾ ਸੀ ਕਿ ਆਹ ਜਿਹੜੀ ਕਰਵ ਆ ਇਹ ਐਵਰੇਜ ਰੈਵਨਿਊ ਇਜ਼ ਇਕੁਅਲ ਟੂ ਮਾਰਜਨਲ ਰੈਵਨਿਊ ਹੁੰਦਾ। ਪਰਫੈਕਟ ਕੰਪੀਟੀਸ਼ਨ ਦੇ ਵਿੱਚ X ਐਕਸਿਸ ਦੇ ਬਰਾਬਰ ਹੁੰਦਾ। ਮਾਰਜਨਲ ਕਾਸਟ ਆ ਜਿਹੜੀ ਉਹਦੀ ਯੂ ਸ਼ੇਪ ਹੁੰਦੀ ਹੈ, ਆਪਾਂ ਕਰਤਾ ਸੀ। ਹੁਣ ਮਾਰਜਨਲ ਕਾਸਟ ਦੋ ਜਗ੍ਹਾ ਟੱਚ ਕਰਦੀ ਹੈ, ਇੱਕ A ਪੁਆਇੰਟ 'ਤੇ ਅਤੇ ਇੱਕ E ਪੁਆਇੰਟ 'ਤੇ। ਪਰ ਇਕੁਇਲੀਬਰੀਅਮ ਪੁਆਇੰਟ ਕਿੱਥੇ ਹੁੰਦਾ? ਜਿੱਥੇ ਉਹ ਹੇਠਾਂ ਤੋਂ ਜਾ ਕੇ ਟੱਚ ਕਰਦੀ ਹੁੰਦੀ ਹੈ। ਮਾਰਜਨਲ ਕਾਸਟ ਇੱਥੇ ਟੱਚ ਕਰਦੀ ਪਈ ਹੈ, ਇੱਥੇ ਮਾਰਜਨਲ ਕਾਸਟ ਅਤੇ ਮਾਰਜਨਲ ਰੈਵਨਿਊ ਬਰਾਬਰ ਆ ਕਿਉਂਕਿ ਕੱਟ ਕਰਦੀ ਪਈ ਹੈ। ਪਹਿਲੀ ਕੰਡੀਸ਼ਨ ਸੈਟਿਸਫਾਈਡ ਆ। ਦੂਸਰੀ ਕਿ ਮਾਰਜਨਲ ਕਾਸਟ ਮਾਰਜਨਲ ਰੈਵਨਿਊ ਨੂੰ ਹੇਠਾਂ ਤੋਂ ਆ ਕੇ ਟੱਚ ਕਰਦੀ ਹੋਵੇ, ਦੂਸਰੀ ਕੰਡੀਸ਼ਨ ਵੀ ਸੈਟਿਸਫਾਈਡ। ਜਦੋਂ ਇਹ ਦੋਨੋਂ ਕੰਡੀਸ਼ਨ ਸੈਟਿਸਫਾਈਡ ਹੋ ਜਾਣਗੀਆਂ ਉੱਥੇ ਇੱਕ ਜਿਹੜਾ ਫਰਮ ਆ ਉਹ ਇਕੁਇਲੀਬਰੀਅਮ 'ਚ ਹੋਏਗੀ। ਹੁਣ ਫਰਮ ਦੀ ਜਿਹੜੀ ਡਿਟਰਮੀਨੇਸ਼ਨ ਆ ਇੱਕ ਸ਼ਾਰਟ ਰਨ ਦੇ ਵਿੱਚ ਕਰਦੇ ਹਾਂ ਆਪਾਂ, ਇੱਕ ਲੌਂਗ ਰਨ ਦੇ ਵਿੱਚ ਕਰਦੇ ਹਾਂ। ਸ਼ਾਰਟ ਰਨ ਦੇ ਵਿੱਚ ਇੱਕ ਫਰਮ ਨੂੰ ਸੁਪਰ ਨੋਰਮਲ, ਨੋਰਮਲ ਪ੍ਰੋਫਿਟ, ਲੋਸ ਅਤੇ ਸ਼ਟ ਡਾਊਨ ਦੀਆਂ ਸਿਚੁਏਸ਼ਨਸ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਸੁਪਰ ਨੋਰਮਲ ਪ੍ਰੋਫਿਟ ਕੀ ਹੁੰਦਾ? ਦੇਖੋ ਸ਼ੁਰੂ ਦੇ ਵਿੱਚ OX 'ਤੇ ਆਊਟਪੁੱਟ ਆ, OY 'ਤੇ ਕਾਸਟ ਆ, ਔਰ ਇਹ ਉਹ ਜਿਹਨੂੰ ਤੁਸੀਂ PP ਕਰਵ ਲਿਖਿਆ ਇੱਥੇ ਐਕਚੁਅਲੀ ਐਵਰੇਜ ਰੈਵਨਿਊ ਅਤੇ ਮਾਰਜਨਲ ਰੈਵਨਿਊ ਜਿਹੜੀਆਂ ਬਰਾਬਰ ਆ। ਇਹ ਆਪਾਂ ਮਾਰਜ ਰੈਵਨਿਊ ਚੈਪਟਰ 'ਚ ਕਰ ਚੁੱਕੇ ਹਾਂ ਕਿਉਂਕਿ ਪ੍ਰਾਈਸ ਫਿਕਸ ਹੁੰਦਾ 10-10-10, ਇਸ ਲਈ ਐਵਰੇਜ ਰੈਵਨਿਊ ਵੀ 10-10 ਹੋਏਗਾ, ਮਾਰਜਨਲ ਰੈਵਨਿਊ ਵੀ 10-10 ਹੋਏਗਾ। ਐਵਰੇਜ ਰੈਵਨਿਊ ਇਜ਼ ਇਕੁਅਲ ਟੂ ਮਾਰਜਨਲ ਰੈਵਨਿਊ ਹੋਏਗਾ ਅਤੇ ਇਹ ਐਵਰੇਜ ਕਾਸਟ ਹੈ। ਐਵਰੇਜ ਕਾਸਟ ਵੀ ਯੂ ਸ਼ੇਪ ਆ, ਮਾਰਜਨਲ ਕਾਸਟ ਵੀ ਯੂ ਸ਼ੇਪ ਆ। ਮਾਰਜਨਲ ਕਾਸਟ ਨੂੰ ਹੇਠਾਂ ਤੋਂ ਟੱਚ ਕਰਕੇ ਜਾਏਗੀ, ਮਾਰਜਨਲ ਕਾਸਟ ਐਵਰੇਜ ਕਾਸਟ ਨੂੰ, ਔਰ ਜਿੱਥੇ ਮਾਰਜਨਲ ਕਾਸਟ ਮਾਰਜਨਲ ਰੈਵਨਿਊ ਨੂੰ ਮਤਲਬ ਆਹ ਵਾਲੀ ਕਰਵ ਨੂੰ ਟੱਚ ਕਰੇਗੀ, ਮਾਰਜਨਲ ਰੈਵਨਿਊ ਕਰਵ ਵੀ ਆ, ਉਹ ਇਕੁਇਲੀਬਰੀਅਮ ਦਾ ਪੁਆਇੰਟ ਹੈ ਪਹਿਲਾ। ਔਰ ਜਦੋਂ ਹੇਠਾਂ ਤੋਂ ਕੱਟ ਕਰਕੇ ਜਾਂਦੀ ਪਈ ਆ ਇਹਦੀ ਦੂਸਰੀ ਕੰਡੀਸ਼ਨ ਹੈ, ਇਸ ਲਈ ਇਕੁਇਲੀਬਰੀਅਮ ਦਾ ਪੁਆਇੰਟ ਹੋ ਗਿਆ। ਹੁਣ ਜਿਹੜਾ ਪ੍ਰਾਈਸ ਚਾਰਜ ਕਿੱਦਾਂ ਪਿਆ OP, ਪਰ ਕੋਸਟ ਕਿੰਨੀ ਆਉਂਦੀ ਪਈ ਆ? ਉਹ ਆਉਂਦੀ ਪਈ ਆ ਜਦੋਂ ਇਹ ਅਸੀਂ ਲਿਆ ਕੇ ਇੱਧਰ ਟੱਚ ਕਰਵਾਵਾਂਗੇ OX 'ਤੇ, OX ਤੋਂ ਫਿਰ ਜਦੋਂ ਇਹਨੂੰ ਅਸੀਂ ਐਵਰੇਜ ਕਾਸਟ ਤੋਂ ਇੱਧਰ ਟੱਚ ਕਰਵਾਉਂਦੇ ਹਾਂ ਬਾਈ ਐਕਸਿਸ ਦੇ ਨਾਲ, ਅਤੇ ਆ ਜਿਹੜਾ ਗੈਪ ਆ ਇਹ ਗੈਪ ਆ ਜਿਹੜਾ ਇਹ ਹੋਏਗਾ ਸੁਪਰ ਨੋਰਮਲ ਪ੍ਰੋਫਿਟ। ਕਿ ਜਿਹੜੀ ਕਾਸਟ ਆ ਦੇਖੋ ਕਿੰਨੀ ਆਉਂਦੀ ਪਈ ਆ OB,
ਇੱਕ ਤਰ੍ਹਾਂ ਨਾਲ ਤੁਸੀਂ ਕਹੋਗੇ ਪ੍ਰੋਡਕਟ ਬਣਦਾ ਪਿਆ 7 ਰੁਪਏ ਦਾ, ਤੁਸੀਂ ਵੇਚਦੇ ਕਿੰਨੇ ਪਏ ਦਾ ਪਏ ਹੋ 10 ਰੁਪਏ ਦਾ, ਅਤੇ 3 ਰੁਪਏ ਤੁਹਾਨੂੰ ਕੀ ਹੁੰਦਾ ਪਿਆ ਪ੍ਰੋਫਿਟ, ਅਤੇ ਇਹਨੂੰ ਤੁਸੀਂ ਕੀ ਕਹਿੰਦੇ ਹੋ ਸੁਪਰ ਨੋਰਮਲ ਪ੍ਰੋਫਿਟ। ਪਰ ਜਦੋਂ ਤੁਹਾਡੀ ਜਿਹੜੀ ਕੋਸਟ ਆ, ਦੇਖੋ ਇੱਥੇ ਕੋਸਟ ਜਿਹੜੀ ਤੁਹਾਡੀ ਸੀ, ਇਸ ਕੇਸ 'ਚ ਤੁਹਾਡੀ ਜਿਹੜੀ ਕੋਸਟ ਕਰਵ ਸੀ ਉਹ ਐਵਰੇਜ ਰੈਵਨਿਊ ਅਤੇ ਮਾਰਜਨ ਰੈਵਨਿਊ ਕਰਵ ਦੇ ਹੇਠਾਂ ਤੋਂ ਜਾਂਦੀ ਪਈ ਸੀ। ਪਰ ਜਦੋਂ ਕੋਸਟ ਕਰਵ ਤੁਹਾਡੀ ਐਵਰੇਜ ਰੈਵਨਿਊ ਅਤੇ ਮਾਰਜਨ ਰੈਵਨਿਊ ਨੂੰ ਸਿਰਫ ਟੱਚ ਕਰਦੀ ਆ, ਉਸ ਵੇਲੇ ਤੁਸੀਂ ਉਨਾ ਹੀ ਪ੍ਰਾਈਜ਼ OP ਤੁਹਾਡਾ ਪ੍ਰਾਈਜ਼ ਆ, OP ਤੁਹਾਡੀ ਕੋਸਟ ਆਉਂਦੀ ਪਈ ਆ, OP ਤੁਸੀਂ ਚਾਰਜ ਕਰਦੇ ਪਏ ਹੋ ਪ੍ਰਾਈਜ਼, ਇਸ ਲਈ ਇਹ ਸਿਰਫ ਨੋਰਮਲ ਪ੍ਰੋਫਿਟ ਹੋਏਗਾ, ਨੋ ਪ੍ਰੋਫਿਟ ਨੋ ਲਾਸ। ਅਤੇ ਜੇ ਕਿਸੇ ਕੇਸ ਦੇ ਵਿੱਚ ਤੁਹਾਡੀ ਐਵਰੇਜ ਕੋਸਟ, ਦੇਖੋ ਇਹ ਡਾਇਗਰਾਮ ਜਿਹੜੀ ਹੈ ਇਹਨੂੰ ਤੁਸੀਂ ਥੋੜ੍ਹਾ ਜਿਹਾ ਸਿੰਪਲ ਡਾਇਗਰਾਮ ਵੀ ਬਣਾ ਸਕਦੇ ਹੋ, ਮੈਂ ਇਸ ਲਈ ਤੁਹਾਨੂੰ ਦੁਬਾਰਾ ਡਰਾ ਕਰਕੇ ਦੇਣ ਲੱਗੀ ਹਾਂ। ਇਹ ਬੁੱਕ ਦੇ ਇਹ ਆ, ਵੈਸੇ ਤੁਸੀਂ ਥੋੜ੍ਹੀ ਸਿੰਪਲ ਡਾਇਗਰਾਮ ਵੀ ਡਰਾ ਕਰ ਸਕਦੇ ਹੋ ਕਿ ਆਹ ਤੁਹਾਡੀ ਐਵਰੇਜ ਰੈਵਨਿਊ ਮਾਰਜਨਲ ਰੈਵਨਿਊ ਕਰਵ ਆ, ਆਹ ਤੁਹਾਡੀ ਐਵਰੇਜ ਕੋਸਟ ਆ, ਅਤੇ ਆਹ ਮਾਰਜਨਲ ਕੋਸਟ ਕਰਵ ਆ, ਅਤੇ ਜਿੱਥੇ ਮਾਰਜਨਲ ਕੋਸਟ ਅਤੇ ਐਵਰੇਜ ਰੈਵਨਿਊ ਟੱਚ ਕਰਦੇ ਆ ਉਨੀ ਆਊਟਪੁੱਟ ਤੁਸੀਂ ਪ੍ਰੋਡਿਊਸ ਕਰੋਗੇ। ਇਹਦਾ ਮਤਲਬ ਤੁਹਾਡਾ ਪ੍ਰੋਡਕਟ ਕਿੰਨੇ ਦਾ ਬਣਦਾ ਪਿਆ, ਜਿਹੜਾ ਤੁਹਾਡਾ ਪ੍ਰੋਡਕਟ ਆ ਉਹ ਜਿਹੜਾ ਤੁਸੀਂ ਪ੍ਰਾਈਸ ਚਾਰਜ ਕਰਨਾ ਉਹ ਕਿੰਨਾ ਚਾਰਜ ਕਰਨਾ OP, ਪਰ ਜਿਹੜਾ ਚਾਰਜ ਆ ਉਹ ਕਿੰਨਾ ਹੋਣਾ, ਇਹਨੂੰ ਜਦੋਂ ਜਾ ਕੇ ਤੁਸੀਂ ਐਵਰੇਜ ਕੋਸਟ ਨਾਲ ਟੱਚ ਕਰਵਾਓਗੇ ਇਹਦਾ ਮਤਲਬ ਸਾਡੀ ਜਿਹੜੀ ਕੋਸਟ ਆਉਂਦੀ ਪਈ ਉਹ ਕਿੰਨੀ ਆਉਂਦੀ ਪਈ ਆ B, ਪਰ ਤੁਸੀਂ ਚਾਰਜ ਕਿੰਨਾ ਕਰਦੇ ਪਏ ਹੋ OP, ਅਤੇ ਇਹ ਸਾਰਾ ਜਿਹੜਾ ਕੇਸ ਹੈ ਕਿਹੜਾ ਹੋਏਗਾ ਲਾਸ ਦਾ ਕੇਸ ਹੋਏਗਾ, ਠੀਕ ਆ। ਅਤੇ ਉਸ ਤੋਂ ਬਾਅਦ ਨੈਕਸਟ ਹੈਗਾ ਕਿ ਲੌਂਗ ਰਨ ਦੇ ਵਿੱਚ ਫਰਮ ਜਿਹੜਾ ਇਕੁਇਲੀਬਰੀਅਮ ਉਹ ਕਿਸ ਤਰ੍ਹਾਂ ਡਿਸਾਈਡ ਕਰਦਾ ਹੈ। ਲੌਂਗ ਰਨ ਦੇ ਵਿੱਚ ਫਰਮ ਜਿਹੜੀ ਆ ਉਹਨੂੰ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਸਿਰਫ ਨੋਰਮਲ ਪ੍ਰੋਫਿਟ ਆ ਜਿਹੜੇ ਹੁੰਦੇ ਆ। ਇਹ ਡਾਇਗਰਾਮ ਵੀ ਇਸ ਤਰ੍ਹਾਂ ਵੀ ਹੋ ਸਕਦੀ ਹੈ, ਜੇ ਸਿੰਪਲ ਡਾਇਗਰਾਮ ਤੁਸੀਂ ਡਰਾ ਕਰੋਗੇ, ਜਿਹੜੀ ਇਹ ਵਾਲੀ ਡਾਇਗਰਾਮ ਸੀਗੀ ਇਹਦੇ ਵਿੱਚ ਸਿਰਫ MC ਦੀ ਜਗ੍ਹਾ 'ਤੇ LMC ਲਿਖ ਦਿਓ, ਲੌਂਗ ਰਨ ਮਾਰਜਨਲ ਕੋਸਟ, ਐਵਰੇਜ ਕੋਸਟ ਦੀ ਜਗ੍ਹਾ 'ਤੇ LAC ਲਿਖ ਦਿਓ, ਔਰ ਇਹ ਸੇਮ ਡਾਇਗਰਾਮ ਤੁਸੀਂ ਦੁਬਾਰਾ ਇੱਥੇ ਇਸ ਜਗ੍ਹਾ 'ਤੇ ਡਰਾ ਕਰ ਸਕਦੇ ਹੋ। ਉਹ ਸਿੰਪਲ ਵੀ ਰਹੇਗੀ ਕਿਉਂਕਿ ਲੌਂਗ ਰਨ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਫਰਮ ਨੂੰ ਨੋਰਮਲ ਪ੍ਰੋਫਿਟ ਮਿਲਦੇ ਆ, ਸ਼ਾਰਟ ਰਨ ਦੇ ਵਿੱਚ ਸ਼ਾਰਟ ਪੀਰੀਅਡ ਦੇ ਵਿੱਚ ਫਰਮ ਨੂੰ ਸੁਪਰ ਨੋਰਮਲ ਪ੍ਰੋਫਿਟ ਵੀ ਹੁੰਦੇ ਆ, ਲਾਸ ਵੀ ਹੋ ਸਕਦੀ ਆ, ਪਰ ਲੌਂਗ ਰਨ ਦੇ ਵਿੱਚ ਫਰਮ ਨੂੰ ਹਮੇਸ਼ਾ ਸਿਰਫ ਨੋਰਮਲ ਪ੍ਰੋਫਿਟਸ ਆ ਜਿਹੜੇ ਉਹ ਮਿਲਦੇ ਆ। ਔਰ ਇਹਦੇ ਨਾਲ ਇਹ ਕੰਸੈਪਟ ਇੱਥੇ ਕੰਪਲੀਟ ਹੁੰਦਾ ਹੈ। ਥੈਂਕ ਯੂ ਸੋ ਮਚ।